ਸਿੱਖ ਚੈਨਲ ਵੈਨਕੂਵਰ ਤੋਂ ਪ੍ਰੋਗਰਾਮ ਸਨਮੁਖ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਵੱਲੋਂ ਬਖਸ਼ੀ ਫਤਿਹ ਕਰੋ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਲੜੀਵਾਰ ਗੱਲ ਦੇ ਵਿੱਚ ਅੱਜ ਤੁਹਾਡੇ ਨਾਲ ਜਿਹੜੀ ਵਿਸ਼ੇਸ਼ ਮੁਲਾਕਾਤ ਹੈ, ਸਾਡੇ ਵੈਨਕੂਵਰ ਦੀ ਉਹ ਸ਼ਖਸੀਅਤ ਜਿਨ੍ਹਾਂ ਨੇ ਖਾਲਸਾ ਦੀਵਾਨ ਸੁਸਾਇਟੀ ਸਿੱਖਾਂ ਦੀ ਵਿਦੇਸ਼ਾਂ ਦੇ ਵਿੱਚ ਜਿਹੜੀ ਪਹਿਲੀ ਸੰਸਥਾ ਹੈ ਉਹਦੇ ਸਕੱਤਰ ਰਹੇ, ਪ੍ਰਧਾਨ ਰਹੇ, ਅਤੇ ਬਾਅਦ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਿਹੜੇ ਸੰਵਿਧਾਨ ਬਣਦੇ ਸਨ, ਕੌਂਸਟੀਟਿਊਸ਼ਨ ਬਣਦਾ ਸੀ, ਉਹ ਲਿਖਣ ਦੇ ਵਿੱਚ RCMP ਦੇ ਐਡਵਾਈਜ਼ਰੀ ਕਮੇਟੀ ਦੇ ਵਿੱਚ, ਅਤੇ ਪਹਿਲੀ ਵਾਰੀ ਜਦੋਂ ਰਾਜਨੀਤੀ ਦੇ ਵਿੱਚ ਪੰਜਾਬੀ ਜਾਂ ਸਿੱਖ ਆਏ ਨੇ, ਪਹਿਲੇ ਦਸਤਾਰਧਾਰੀਆਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਰਾਜਨੀਤੀ ਦੀ ਪਿੜ ਦੇ ਵਿੱਚ ਪਹਿਲੀ ਵਾਰੀ ਜੁਆਇਨ ਕੀਤਾ, ਐਂਟਰ ਕੀਤਾ। ਅੱਜ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਸਰਦਾਰ ਮੋਤਾ ਸਿੰਘ ਚੀਤਾ ਦੇ ਨਾਲ ਕਰਨ ਜਾ ਰਹੇ ਹਾਂ ਜੀ। ਸਰਦਾਰ ਮੋਤਾ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਥੈਂਕ ਯੂ ਸਰਦਾਰ ਸਾਹਿਬ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਖਾਲਸਾ ਦੀਵਾਨ ਸੁਸਾਇਟੀ ਸਿੱਖਾਂ ਦੀ ਇੱਕ ਇਹੋ ਜਿਹੀ ਸੰਸਥਾ ਹੈ ਜਿਹਨੇ ਬਹੁਤ ਵੱਡੇ ਵੱਡੇ ਯੋਧੇ ਸੂਰਬੀਰ ਪੈਦਾ ਕੀਤੇ। ਗੁਰੂ ਕੇ ਬਾਗ ਦੇ ਮੋਰਚੇ ਦੀ ਗੱਲ, ਜਿਹੜਾ ਨਨਕਾਣਾ ਸਾਹਿਬ ਦਾ ਮੋਰਚਾ, ਉਹਦੀ ਗੱਲਬਾਤ ਆਪਾਂ ਕਰੀਏ, ਬੜਾ ਵੱਡਾ ਯੋਗਦਾਨ ਹੈ ਵੈਨਕੂਵਰ ਦੇ ਸਿੱਖਾਂ ਦਾ। ਉਸ ਸੁਸਾਇਟੀ ਦੇ ਤੁਸੀਂ ਸਕੱਤਰ ਵੀ ਰਹੇ ਹੋ ਅਤੇ ਪ੍ਰਧਾਨ ਵੀ ਰਹੇ ਹੋ। ਥੋੜ੍ਹਾ ਜਿਹਾ ਉਹਦੇ ਬਾਰੇ, ਖਾਲਸਾ ਦੀਵਾਨ ਸੁਸਾਇਟੀ ਬਾਰੇ ਜ਼ਿਕਰ ਕਰੋ ਕਿ ਜਦੋਂ ਤੁਸੀਂ ਸ਼ੁਰੂ ਦੇ ਵਿੱਚ ਪ੍ਰਿੰਸ ਜਾਰਜ ਆਏ ਸੀ, ਉਸ ਵੇਲੇ ਤੋਂ ਲੈ ਕੇ ਖਾਲਸਾ ਦੀਵਾਨ ਸੁਸਾਇਟੀ ਤੱਕ ਦਾ ਸਫ਼ਰ, ਕਿਉਂਕਿ ਪ੍ਰਿੰਸ ਜਾਰਜ ਦੇ ਵਿੱਚ ਤੁਹਾਡੀ ਲਿਖੀ ਹੋਈ ਕਿਤਾਬ ਸਾਚ ਕਹੂੰ ਦੇ ਵਿੱਚ ਤੁਹਾਡੀ ਦਸਤਾਰ ਸਜਾਈ ਹੋਈ ਹੈ, ਔਰ ਪ੍ਰਿੰਸ ਜਾਰਜ ਤੋਂ ਆਉਣ ਤੋਂ ਬਾਅਦ ਵੈਨਕੂਵਰ ਦੇ ਵਿੱਚ ਤੁਹਾਡੇ ਉਹ ਦਸਤਾਰ ਦਿਖੀ ਨਹੀਂ। ਇਹਦਾ ਕਾਰਨ ਉੱਥੇ ਨਾਲੋਂ ਵੱਡਾ ਸ਼ਹਿਰ ਹੋਣ ਕਰਕੇ ਇੱਥੇ ਡਿਸਕ੍ਰਿਮੀਨੇਸ਼ਨ ਜ਼ਿਆਦਾ ਸੀ। ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਸਨ? ਹਾਂਜੀ, ਮੈਂ ਜਿਵੇਂ ਪਹਿਲਾਂ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਚੀਜ਼ ਬਿਆਨ ਕਰ ਚੁੱਕਾ ਹਾਂ ਕਿ ਮੈਂ 1966 ਵਿੱਚ ਕੈਨੇਡਾ ਆਇਆ ਸਾਂ ਕੀਨੀਆ ਤੋਂ, ਔਰ ਤਕਰੀਬਨ 1.5 ਸਾਲ ਮੈਂ ਆਪਣੀ ਦਸਤਾਰ ਦੇ ਨਾਲ ਪ੍ਰਿੰਸ ਜਾਰਜ ਦੇ ਵਿੱਚ ਨਾਰਥਵੁੱਡ ਮਿਲਸ ਦੇ ਵਿੱਚ ਕੰਮ ਕੀਤਾ ਆਫਿਸ ਦੇ ਵਿੱਚ। ਔਰ ਉਸ ਤੋਂ ਉਪਰੰਤ ਮੈਂ 1968 ਵਿੱਚ ਉੱਥੇ ਸੇ ਮੇਰੀ ਫੈਮਿਲੀ ਜਿਹੜੀ ਇਹ ਉੱਥੇ ਰਹਿ ਕੇ ਰਾਜ਼ੀ ਨਹੀਂ ਸਨ। ਉਸ ਵੇਲੇ ਅਸੀਂ ਇਕੱਲੇ ਉੱਥੇ ਸਨ, ਅਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪ੍ਰਿੰਸ ਜਾਰਜ ਇੱਕ ਉੱਥੇ ਦਾ ਇੰਟੀਰੀਅਰ ਦਾ ਵੱਡਾ ਸ਼ਹਿਰ ਹੈਗਾ, ਔਰ ਜਿਹਦੇ ਵਿੱਚ ਸਿਰਫ ਉਸ ਵਕਤ 4 ਫੈਮਲੀਆਂ ਰਹਿੰਦੀਆਂ ਸਨ। ਇੱਕ ਡਾਕਟਰ ਮਿਸਟਰ ਸ਼ਰਮਾ ਸੀ, ਇੱਕ ਡਾਕਟਰ ਡੀ ਰੋਜ਼ੇਰੀਓਸ ਸੀਗਾ, ਔਰ ਇੱਕ ਸਾਡੀ ਫੈਮਿਲੀ ਸੀਗੀ, ਔਰ ਇੱਕ ਉੱਥੇ ਆਪਣੇ SNS ਸਟੋਰ ਵੱਲੋਂ ਮਿਸਟਰ ਹਰਬੀ ਕਰਕੇ ਉਹਨਾਂ ਦਾ ਨਾਂ ਸਨ, ਉਹ ਉੱਥੇ ਰਹਿੰਦੇ ਸਨ। ਉੱਥੇ 4 ਪਰਿਵਾਰ ਸੀ, ਔਰ ਉਹ ਕਦੇ ਅਸੀਂ ਗਾਇਬ ਜਦੋਂ ਸ਼ਾਪਿੰਗ ਕਰਕੇ ਇਕੱਠੇ ਹੁੰਦੇ ਸਨ। ਸੋ ਮੇਰੀ ਫੈਮਿਲੀ ਜਿਹੜੀ ਸੀ ਬੜੀ ਉੱਥੇ ਜਾ ਕੇ ਇੱਕ ਕਿਸਮ ਦੀ ਆਈਸੋਲੇਟ ਫੀਲ ਕਰਦੀ ਸੀਗੀ, ਅਤੇ ਅਸੀਂ ਪਹਿਲਾਂ ਤਾਂ ਮਨ ਬਣਾਇਆ ਸੀ ਅਸੀਂ ਵਾਪਸ ਕੀਨੀਆ ਚਲੇ ਜਾਈਏ। ਲੇਕਿਨ ਫਿਰ ਉੱਥੇ ਸਾਡੇ ਇੱਕ ਦੋਸਤ ਸਨ ਜਿਨ੍ਹਾਂ ਨੇ ਸਾਨੂੰ ਬੜੀ ਮਦਦ ਕੀਤੀ, ਔਰ ਉਹ ਅਸੀਂ ਉਹਨਾਂ ਨੂੰ ਆਪਣੇ ਬਜ਼ੁਰਗਾਂ ਵਾਂਗੂ ਸਮਝਦੇ ਸਨ। ਡਾਕਟਰ ਆਪਣੇ ਮਿਸਟਰ ਰੋਬਰਟ ਬਡ ਹੀਨਸ ਉਹਨਾਂ ਦਾ ਨਾਂ ਸੀ, ਉਹ ਥੋੜ੍ਹੀ ਦੇਰ ਹੋਈ ਗੁਜ਼ਰ ਗਏ ਨੇ। ਉਹਨਾਂ ਨੇ ਸਾਡੀ ਬੜੀ ਸਹਾਇਤਾ ਕੀਤੀ, ਔਰ ਉਹਨਾਂ ਨੇ ਮੈਨੂੰ ਕਹਿੰਦਾ ਮੋਤਾ ਸਿੰਘ, ਯੂ ਡੋਂਟ ਗੋ ਬੈਕ ਟੂ ਕੀਨੀਆ, ਯੂ ਵੇਟ ਟਿਲ ਦਾ ਸਮਰ ਕਮਸ। ਅਤੇ ਉਹ ਇੱਕ ਦਿਨ ਫਿਰ ਜਦੋਂ ਸਮਰ ਆਇਆ ਤਾਂ ਇੱਕ ਬ੍ਰੈਂਡ ਨਿਊ ਕਾਰ ਲੈ ਕੇ ਉਹ ਆਪਣੀ ਵਾਈਫ ਦੇ ਨਾਲ, ਅਤੇ ਮੈਨੂੰ ਕਹਿੰਦੇ ਚਲੋ ਮੈਂ ਤੁਹਾਨੂੰ ਘੁਮਾਉਣ ਵਾਸਤੇ ਲੈ ਕੇ ਜਾਣਾ। ਉਹ ਮੈਨੂੰ ਓਕਨਾਗਨ ਵੈਲੀ ਇੱਥੇ ਵੈਨਕੂਵਰ ਦਿਖਾਉਣ ਵਾਸਤੇ ਲਿਆਏ, ਅਤੇ ਸਾਨੂੰ ਬੜੀ ਜਗ੍ਹਾ ਚੰਗੀ ਲੱਗੀ। ਸਾਨੂੰ ਵਿਰਲੇ ਆਪਣੇ ਭਰਾ ਵੀ ਮਿਲੇ ਇੱਥੇ ਦੇਖਣ ਨੂੰ ਮਿਲੇ, ਅਤੇ ਸਾਨੂੰ ਲੱਗਾ ਵੀ ਜੇ ਅਸੀਂ ਰਹਿਣਾ ਤਾਂ ਸਾਡੇ ਵਾਸਤੇ ਸ਼ਾਇਦ ਇਹ ਹੀ ਜਗ੍ਹਾ ਚੰਗੀ ਹੈਗੀ ਆ, ਸਾਨੂੰ ਵੈਨਕੂਵਰ ਮੂਵ ਹੋਣਾ ਚਾਹੀਦਾ। ਸੋ ਜਿਹਦੇ ਫਲਸਰੂਪ ਮੈਂ 1968 ਦੇ ਵਿੱਚ ਵੈਨਕੂਵਰ ਦੇ ਵਿੱਚ ਮੂਵ ਹੋਇਆ। ਜਦੋਂ ਵੈਨਕੂਵਰ ਦੇ ਵਿੱਚ ਆਇਆ ਅਤੇ ਇੱਥੇ ਕੰਮ ਲੱਭਣਾ ਸ਼ੁਰੂ ਕੀਤਾ, ਨੈਚੁਰਲੀ ਆਪਣੀ ਪਰਿਵਾਰ ਨੂੰ ਸਪੋਰਟ ਕਰਨਾ ਸੀ, ਹੋਰ ਸਾਨੂੰ ਕੋਈ ਬਹੁਤ ਇੱਥੇ ਬੰਦੇ ਜਾਣਦੇ ਨਹੀਂ ਸੀਗੇ। ਔਰ ਇੱਥੇ ਉਹਦੇ ਜਦੋਂ ਲੋਕ ਆਏ ਸਨ, ਤਕਰੀਬਨ ਫੈਮਿਲੀ ਰਿਲੇਸ਼ਨ ਦੇ ਥਰੂ ਸਾਰੀ ਇਮੀਗ੍ਰੇਸ਼ਨ ਹੁੰਦੀ ਸੀਗੀ। ਇੰਡੀਪੈਂਡੈਂਟ ਉਹ ਥੋੜ੍ਹੇ ਕਿ ਸਮਾਂ ਹੋਇਆ ਸੀ ਜਦੋਂ ਕਿ ਲੋਕ ਆਪਣੇ ਪਰਸਨਲ ਕ੍ਰੈਡੈਂਸ਼ੀਅਲ ਦੇ ਬੇਸਿਸ 'ਤੇ ਲੋਕ ਕੁਆਲੀਫਿਕੇਸ਼ਨ ਜਾਂ ਸਕਿੱਲਸ ਦੇ ਬੇਸਿਸ 'ਤੇ ਆ ਸਕਦੇ ਸਨ।
ਜਿਹਦੇ ਥਰੂ ਅਸੀਂ ਆਏ ਇੱਥੇ। ਔਰ ਜਦੋਂ ਇੱਥੇ ਆਏ ਤਾਂ ਕੰਮ ਲੱਭਣਾ ਸ਼ੁਰੂ ਕੀਤਾ। ਜਿੱਥੇ ਮੈਂ ਜਾਂਦਾ ਸੀਗਾ ਮੈਨੂੰ ਕੰਮ 'ਤੇ ਚਾਹੀਦੇ ਸੀ ਆਫਿਸ ਦਾ, ਕਿਉਂਕਿ ਮੇਰੇ ਪਾਸ ਬੈਂਕਿੰਗ ਐਕਸਪੀਰੀਅੰਸ ਸੀ। ਲੇਕਿਨ ਉਹ ਮੈਨੂੰ ਜਦੋਂ ਲੈਟਰ ਦੇਣੀ ਤਾਂ ਜਦੋਂ ਮੈਨੂੰ ਪਤਾ ਨਾ ਕਿੱਥੇ ਦੀ ਉਹ ਐਡਰੈਸ ਦੇਣਾ, ਤਾਂ ਜਦੋਂ ਮੈਂ ਜਾਣਾ ਤਾਂ ਉਹ 100 ਮਿਲਦੀ ਹੋਣੀ, ਜਿੱਥੇ ਕਿ ਆਮ ਲੋਕ ਸਾਡੇ ਲੇਬਰ ਦਾ ਕੰਮ ਕਰਦੇ ਸਨ। ਮੈਂ ਤਾਂ ਉਹ ਕੰਮ ਕਰਨ ਸੀ, ਹਾਲਾਂਕਿ ਬੜਾ ਔਖਾ ਕੰਮ ਸੀ। ਬੜੇ ਲੋਕਾਂ ਨੇ ਸਾਡੇ ਨੇ ਉੱਥੇ ਬੜੀ ਮੁਸ਼ੱਕਤ ਦੇ ਨਾਲ ਕੰਮ ਕੀਤਾ ਔਰ ਆਪਣੀ ਜ਼ਿੰਦਗੀ ਪਾਲੀ ਹੈ। ਲੇਕਿਨ ਕਹਿਣ ਤੋਂ ਭਾਵ ਹੈ ਕਿ ਕੰਮ ਮੈਂ ਲੱਭਣਾ ਕੋਈ ਹੋਰ ਅਤੇ ਮੈਨੂੰ ਭੇਜ ਦੇਣਾ ਉਹਨਾਂ ਨੇ ਕਿਸੇ ਹੋਰ ਪਾਸੇ। ਅਤੇ ਸੋ ਅਖੀਰ ਕੁਛ ਐਸੀ ਮੇਰੇ ਕੋਲ ਵੀ ਗਲਤੀ ਹੋਈ ਜਿਹਦੇ ਨਾਲ ਮੈਂ ਉਸ ਵੇਲੇ ਸਮੇਂ ਦੀ ਜਿਹੜੀ ਹਾਲਾਤ ਨੂੰ ਦੇਖ ਕੇ ਔਰ ਜੋ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ ਸੀ, ਨੌਕਰੀਆਂ ਦੀ ਜਿਹੜੀ ਸਾਨੂੰ ਛੇਤੀ ਪ੍ਰਾਪਤੀ ਨਹੀਂ ਸੀ ਹੁੰਦੀ। ਹਾਂਜੀ, ਲੋਕਾਂ ਨੇ ਵੀ ਮੈਨੂੰ ਜਿਹੜੇ 1-2 ਇੱਥੇ ਬੰਦੇ ਜਾਣ ਸੀ, ਉਹਨੇ ਕਿਹਾ ਵੀ ਇਹ ਤੇਰਾ ਕਾਰਨ ਹੈਗਾ ਵੀ ਤੁਹਾਨੂੰ ਇਹ ਪਗੜੀ ਤਾਂ ਉਤਾਰਨੀ ਪਏਗੀ, ਜਿਸ ਕਰਕੇ ਮੈਂ ਤਕਰੀਬਨ ਕੁਝ ਸਾਲ ਫਿਰ ਬਗੈਰ ਪਗੜੀ ਤੋਂ ਰਿਹਾ ਜੀ। ਕਿਉਂਕਿ ਤੁਹਾਡੀਆਂ ਤਸਵੀਰਾਂ ਨੇ ਜਿਹੜੀਆਂ ਉਹ ਮੈਂ ਤੁਹਾਡੀ ਕਿਤਾਬ ਸਾਜ਼ ਕੌਮ ਦੇ ਵਿੱਚ ਕੋਈ ਦੇਖਣ ਨੂੰ ਮਿਲੀਆਂ, ਮੈਂ ਤਾਂ ਕਰਕੇ ਉਹਦੇ 'ਚ 1-2 ਤਸਵੀਰਾਂ ਹੈਗੀਆਂ ਜਿਹਦੇ ਵਿੱਚ ਮੈਂ ਪਗੜੀ ਤੋਂ ਬਗੈਰ ਜਾਣੀ ਸਿਰ ਦੇ ਉੱਤੇ ਰੁਮਾਲ ਰੱਖ ਕੇ ਮੈਂ ਬੈਠਾ ਹੈਗਾ। ਇੱਕ ਪਗੜੀ ਤੁਸੀਂ ਦੇਖੋਗੇ ਮੇਰੀ ਉਹਦੇ ਵਿੱਚ ਸਰਦਾਰ ਕਪੂਰ ਸਿੰਘ ਜੀ 1974 ਵਿੱਚ ਆਏ ਸਨ, ICS ਆਫਿਸਰ, ਜਿਨ੍ਹਾਂ ਨੇ ਆਪਣਾ ਅਨੰਦਪੁਰ ਸਾਹਿਬ ਦਾ ਮਤਾ ਲਿਖਿਆ, ਜਿਹੜੇ ਕਿ ਪੰਡਿਤ ਨਹਿਰੂ ਅਤੇ ਆਪਣੇ ਲਿਆਕਤ ਅਲੀ ਜਿੰਨਾ ਉਹਨਾਂ ਦੇ ਕਲਾਸ ਫੈਲੋ ਸਨ ਜਾਂ ਉਹਨਾਂ ਦੇ ਨਾਲ ਪੜ੍ਹਦੇ ਸਨ, ਕੈਂਬਰਿਜ ਜਾਂ ਆਕਸਫੋਰਡ ਮੇਰੇ ਖਿਆਲ ਜਾਂ ਹਾਰਵਰਡ ਜਾਂ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ। ਹਾਂਜੀ, ਉਹਦੇ ਸੀ। ਔਰ ਆਪਣੇ ਸਰਦਾਰ ਕਪੂਰ ਸਿੰਘ ਨੇ ਆਪਣੀ ਕਿਤਾਬ ਵੀ ਲਿਖੀ ਹੈ ਜਿਹੜੀ ਕਿ ਬਿਆਨ ਕੀਤੀ ਸੀ ਸੱਚੀ ਸਾਖੀ, ਉਹਦੇ ਵਿੱਚ ਉਹਨਾਂ ਬਾਰੇ ਜਾਣਕਾਰੀ ਹੋਰ ਮਿਲ ਸਕਦੀ ਹੈ। ਉਹ ਇੱਥੇ 74 ਵਿੱਚ ਆਏ। ਸੋ ਇੱਥੇ ਆਏ ਜਦੋਂ 74 ਦੇ ਵਿੱਚ ਉਹ ਆਏ ਨੇ ਸਰਦਾਰ ਕਪੂਰ ਸਿੰਘ IAS, ਉਦੋਂ ਤੁਸੀਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਵਿੱਚ? ਮੈਂ ਉਸ ਵੇਲੇ ਗੁਰਦੁਆਰੇ ਸੈਕਟਰੀ ਸਨ ਔਰ ਉਸ ਵੇਲੇ ਉਹ ਤਸਵੀਰ ਵਿੱਚ ਦੇਖੋਗੇ ਮੈਂ ਪਿੱਛੇ ਬੈਠਾ ਰੁਮਾਲ ਬਣ ਕੇ, ਔਰ ਮੇਰੇ ਨਾਲ ਸਰਦਾਰ ਇੰਦਰਜੀਤ ਸਿੰਘ ਜੀ ਕੋਹਲੀ, ਪ੍ਰਿੰਸੀਪਲ ਤੇਜਾ ਸਿੰਘ ਜੀ ਜਿਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਵਿੱਚ ਲਿਖਣ ਦੇ ਵਿੱਚ ਵੀ ਆਪਣਾ ਹਿੱਸਾ ਪਾਇਆ, ਔਰ ਉਹ ਫਾਊਂਡਰ ਸੀ, ਵਨ ਆਫ ਦਾ ਫਾਊਂਡਰਸ ਆਫ ਖਾਲਸਾ ਕਾਲਜ ਅੰਮ੍ਰਿਤਸਰ ਦੇ, ਬਹੁਤ ਹੀ ਲਾਇਕ ਇਨਸਾਨ ਸਨ। ਉਹ ਇੱਥੇ ਆਏ ਤਾਂ ਉਸ ਵਕਤ ਸਰਦਾਰ ਕਪੂਰ ਸਿੰਘ ਹੋਣਾ ਦੇ ਲੈਕਚਰ ਵਗੈਰਾ ਅਸੀਂ ਅਰੇਂਜਮੈਂਟ ਕੀਤੀ ਗਏ, ਕਿਉਂਕਿ ਉਸ ਵੇਲੇ ਸਿੱਖੀ ਦੀ ਆਵਾਜ਼ ਸਾਡੇ ਲੋਕਾਂ ਨੂੰ ਕੋਈ ਪਛਾਣਦਾ ਹੀ ਨਹੀਂ ਸੀਗਾ। ਇਸ ਕਰਕੇ ਉਹਨਾਂ ਨੂੰ ਡੇਵਿਡ ਥਾਮਸਨ ਸਕੂਲ ਸੈਕੰਡਰੀ ਸਕੂਲ ਹੈ ਜਿੱਥੇ ਵਿੱਚ ਉਹਨਾਂ ਦਾ ਲੈਕਚਰ ਕਰਵਾਇਆ ਗਿਆ। ਉਹ ਹਾਂਜੀ, ਔਰ ਵਿਕਟੋਰੀਆ ਅਤੇ ਨਾਈਟ ਸਟਰੀਟ ਦੇ ਕੋਲ ਹੈਗਾ, ਔਰ ਉੱਥੇ ਹੀ ਲੋਕਾਂ ਨੂੰ ਬਾਹਰਲੇ ਜਿਹੜੇ ਧਰਮਾਂ ਦੇ ਲੋਕ ਆ ਉਹਨਾਂ ਨੂੰ ਸੱਦਿਆ ਗਿਆ। ਉੱਥੇ ਸੱਦ ਕੇ ਲੋਕਾਂ ਨੂੰ ਦੱਸਿਆ ਗਿਆ ਵੀ ਸਿੱਖ ਕੌਣ ਹੁੰਦੇ ਆ ਅਤੇ ਸਿੱਖਾਂ ਦਾ, ਔਰ ਉਹਨਾਂ ਦਾ ਜਿਹੜਾ ਲੈਕਚਰ ਸੀ ਇਤਨਾ ਵਿਧਵਾ ਭਰਿਆ ਭਰਪੂਰ ਸੀ ਕਿ ਜਿਹੜੇ ਲੋਕਾਂ ਨੇ ਸੁਣਿਆ ਉਹ ਗਦ ਕਰ ਉੱਠੇ। ਔਰ ਉਹ ਸਰਦਾਰ ਕਪੂਰ ਸਿੰਘ ਉਹਨਾਂ ਦੇ ਨਾਲ ਮੇਰੀ ਪਰਸਨਲ ਬੈਠ ਕੇ ਵੀ ਗੱਲਬਾਤ ਹੋਈ, ਹੋਰ ਸਾਥੀਆਂ ਦੇ ਨਾਲ। ਸਾਚੀ ਸਾਖੀ ਉਹਨਾਂ ਦੀ ਲਿਖੀ ਹੈ ਕਿਤਾਬ? ਹਾਂਜੀ, ਸਾਚੀ ਸਾਖੀ ਉਹਨਾਂ ਦੀ ਲਿਖੀ ਹੈ ਜੀ, ਔਰ ਇਹ ਬਿਆਨ ਵੀ ਹੋਈ ਸੀ ਕਿਤਾਬ। ਔਰ ਸਰਦਾਰ ਕਪੂਰ ਸਿੰਘ ਜੀ ਇੱਕ ਐਸੇ ਵਿਅਕਤੀ ਸਨ ਜਿਨ੍ਹਾਂ ਦੀ ਜਿੰਨੀ ਵੀ ਆਪਾਂ ਵਡਿਆਈ ਕਰੀਏ ਘੱਟ ਹੈ। ਉਹਨਾਂ ਨੇ ਸਿੱਖ ਪੰਥ ਨੂੰ ਬੜੀ ਸੱਚੀ ਸੁੱਚੀ ਸੇਧ ਦੇਣ ਦੀ ਉਹਨਾਂ ਨੇ ਯਤਨ ਕੀਤਾ ਆਪਣੀ ਜ਼ਿੰਦਗੀ ਵਿੱਚ। ਅਖੀਰੀ ਜ਼ਿੰਦਗੀ ਭਾਵੇਂ ਉਹ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇਤਨੀ ਵੱਡੀ ਜੌਬ ਤੋਂ ਵੀ ਉਹਨਾਂ ਨੂੰ ਅਸਤੀਫਾ ਦੇ ਦਿੱਤਾ ਗਿਆ, ਲੇਕਿਨ ਉਹਨਾਂ ਦੀ ਜ਼ਿੰਦਗੀ ਦੇ ਦਿਨ ਉਹਨਾਂ ਨੇ ਬੜੇ ਆਪਣੇ ਜਿਵੇਂ ਬਹੁਤ, ਮੈਂ ਕਹਿੰਦਾ ਕਿ ਗਰੀਬੀ ਦੇ ਵਿੱਚ ਹੀ ਸਮਝ ਲਓ ਉਹਨਾਂ ਨੇ ਗੁਜ਼ਾਰੇ, ਲੇਕਿਨ ਜਿਹੜਾ ਉਹਨਾਂ ਦਾ ਦੇਣ ਹੈ ਸਿੱਖ ਕੌਮ ਦੇ ਵਾਸਤੇ, ਉਹ ਕਦੇ ਵੀ ਸਿੱਖ ਕੌਮ ਜੇਕਰ ਉਹਨਾਂ ਨੂੰ ਭੁਲਾਵੇ ਤਾਂ ਅਸੀਂ ਬੜੇ ਅਕਿਰਤ ਕਣ ਹੋਵਾਂਗੇ। ਉਹ ਸੀ ਜਿਨ੍ਹਾਂ ਨੂੰ ਸਿੰਘ ਸਾਹਿਬ ਭਾਈ ਸਾਹਿਬ ਦਾ ਜਿਹੜਾ ਅਕਾਲ ਤਖ਼ਤ ਤੋਂ ਖਿਤਾਬ ਵੀ ਉਹਨਾਂ ਨੂੰ ਪ੍ਰਾਪਤ ਹੋਇਆ ਸੀਗਾ। ਸੋ ਉਹਨਾਂ ਦਿਨਾਂ ਵਿੱਚ 74 ਦੇ ਵਿੱਚ ਉਹ ਆਏ ਨੇ, ਔਰ 74 'ਚ ਉਹਨਾਂ ਦਿਨਾਂ 'ਚ ਲੋਕ ਨੰਗੇ ਸਰ ਗੁਰਦੁਆਰਿਆਂ 'ਚ ਇੱਥੇ ਬੈਠਦੇ ਸਨ। ਮੈਂ ਇਹੀ ਸਵਾਲ ਤੁਹਾਡੇ ਤੋਂ ਪੁੱਛਣ ਲੱਗਾ ਸੀ, ਕਿਉਂਕਿ ਜਦੋਂ 74 ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਇੱਕ ਸਾਲ ਥੋੜ੍ਹਾ ਜਿਹਾ ਪਹਿਲਾਂ ਜਾਣਾ, ਕੁਝ ਕੁ ਤਸਵੀਰਾਂ ਮੈਨੂੰ ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ ਵੀ ਤੇ ਨਾਲ ਤੁਹਾਡੀ ਕਿਤਾਬ ਦੇ ਵਿੱਚ ਪ੍ਰਾਈਮ ਮਿਨਿਸਟਰ ਭਾਰਤ ਦੇ ਸ਼੍ਰੀਮਤੀ ਇੰਦਰਾ ਗਾਂਧੀ, ਉਹ ਵੀ ਗੁਰਦੁਆਰਾ ਸਾਹਿਬ ਰੌਂਗ ਸਟਰੀਟ ਆਏ ਸੀ 1972 ਦੇ ਵਿੱਚ। ਸ਼੍ਰੀਮਤੀ ਇੰਦਰਾ ਗਾਂਧੀ ਜੀ ਇੱਥੇ ਆਏ ਸੀਗੇ, ਔਰ ਉਸ ਵਕਤ ਜਿਸ ਗਰੁੱਪ ਨੇ ਉਹਨਾਂ ਨੂੰ ਆਓ ਭਗਤ ਕਰਨੀ ਸੀ, ਉਹਨਾਂ ਦੇ ਪ੍ਰੋਗਰਾਮ ਲਿਖਣੇ ਸਨ, ਮੈਂ ਉਸ ਗਰੁੱਪ ਦੇ ਵਿੱਚ ਉਹਨਾਂ ਦੀ ਨਾਲ ਸਹਾਇਤਾ ਕਰ ਰਿਹਾ ਸੀਗਾ, ਔਰ ਉਹਦੀ ਤਸਵੀਰ ਮੈਂ ਆਪਣੀ ਕਿਤਾਬ ਦੇ ਵਿੱਚ ਦਿੱਤੀ ਹੈ, ਜਿਹਦੇ ਵਿੱਚ ਮੈਂ ਸਿਰ ਦੇ ਉੱਤੇ ਰੁਮਾਲ ਰੱਖ ਕੇ ਬੰਨ੍ਹ ਕੇ ਬੈਠਾ ਸੰਗਤ ਦੇ ਵਿੱਚ। ਪਰ ਤੁਸੀਂ ਦੇਖੋਗੇ ਕਿ ਇੰਦਰਾ ਗਾਂਧੀ ਹੋਰਾਂ ਨੇ ਆਪਣੀ ਸਾੜੀ ਦਾ ਪੱਲੂ ਜਿਹੜਾ ਹੈਗਾ ਸਿਰ ਦੇ ਉੱਤੇ ਲੈ ਕੇ ਅਤੇ ਥੱਲਿਓਂ ਹੱਥ ਨਾਲ ਘੁੱਟ ਕੇ ਇਸ ਤਰ੍ਹਾਂ ਫੜਿਆ ਹੋਇਆ ਤਾਂ ਕਿ ਉਹਨਾਂ ਦਾ ਸਿਰ ਨੰਗਾ ਨਾ ਹੋ ਜਾਏ। ਪਰ ਉਹਦੇ ਬਾਵਜੂਦ ਜਿਹੜੀ ਸਾਡੀ ਉੱਥੇ ਮੈਨੇਜਮੈਂਟ ਅਤੇ ਹੋਰ ਆਲੇ ਦੁਆਲੇ ਜਿੱਥੇ ਤੁਸੀਂ ਦੇਖੋਗੇ ਸਾਰੇ ਨੰਗੇ ਸਿਰ ਪਿੱਛੇ ਸਾਰੇ ਖੜੇ ਹੈਗੇ ਆ। ਸੋ ਇਹ ਇਹੋ ਜਿਹਾ ਉੱਥੇ ਉਸ ਵਕਤ ਦਾ ਮਾਹੌਲ ਸੀਗਾ, ਔਰ ਇਸ ਮਾਹੌਲ ਨੂੰ ਠੀਕ ਕਰਨ ਵਾਸਤੇ ਤਕਰੀਬਨ 15 ਸਾਲ ਲੱਗੇ। ਰਲ ਮਿਲ ਕੇ ਸਾਡੀ ਸਿੱਖ ਕਮਿਊਨਿਟੀ ਦੀ ਜਿਹੜੀ ਸੋਚ ਸੀ, ਸਭ ਨੇ ਇਕੱਠੇ ਹੋ ਕੇ ਉਸ ਮਾਹੌਲ ਨੂੰ ਸੁਧਾਰਿਆ। ਸੋ ਤਕਰੀਬਨ ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ
ਕਿ ਉਦੋਂ ਬਹੁਤੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਕਿਉਂਕਿ ਕੇਸ ਕੱਟੇ ਹੋਏ ਸਨ, ਉਹ ਨੰਗੇ ਸਿਰ ਹੀ ਆਰਾਮ ਨਾਲ ਬੈਠੇ ਹਾਂਜੀ ਨੰਗੇ ਸਿਰ ਬੈਠ ਜਾਂਦੇ ਸਨ ਜੀ। ਇਸ ਕਰਕੇ ਮੈਂ ਸਮਝਦਾ ਉਸ ਵਕਤ ਸਿੱਖ ਇਹ ਜਿਹੜਾ ਸਿੱਖ ਧਰਮ ਸੀਗਾ ਇਸ ਨੂੰ ਰਿਲੀਜਨ ਆਫ ਕਨਵੀਨੀਅੰਸ ਜਿਹਾ ਬਣਾਇਆ ਹੋਇਆ ਸੀਗਾ। ਅਤੇ ਇਹ ਤਾਂ ਜਿਸ ਵਕਤ ਇਮੀਗ੍ਰੇਸ਼ਨ ਹੋਈ ਆ, ਜਿਸ ਤਰ੍ਹਾਂ ਰਿਫਿਊਜੀਜ਼ ਵਗੈਰਾ ਆਏ ਹੈਗੇ ਆ 70s ਦੇ ਵਿੱਚ, ਉਹਨਾਂ ਦੇ ਆਉਣ ਦੇ ਨਾਲ ਔਰ ਇਮੀਗ੍ਰੇਸ਼ਨ ਖੁੱਲ੍ਹਣ ਦੇ ਨਾਲ ਜਿਹੜੇ ਕੈਨੇਡਾ ਦੇ ਵਿੱਚ ਲੋਕ ਆਏ, ਅਤੇ ਜਿਸ ਵਕਤ ਉਹ ਆਏ ਅਸੀਂ ਵੀ ਜਿਸ ਆਏ ਸਾਨੂੰ ਬੜਾ ਉਪਰਾ ਲੱਗਾ। ਅਸੀਂ ਦੇਖਿਆ ਲੋਕੀ ਸਿਰ ਨੰਗੇ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗੁਰਦੁਆਰੇ 'ਚ ਬੈਠੇ ਹੈ, ਚੰਗਾ ਨਹੀਂ ਸੀ ਲੱਗਦਾ। ਸੋ ਇਹ 'ਤੇ ਇੱਕ ਬਹੁਤ ਖਾਸ ਮੁਹਿੰਮ ਚੱਲੀ ਗਈ ਔਰ ਉਹ ਮੁਹਿੰਮ ਚਲਾਉਣ ਦੇ ਨਾਲ ਆਹਿਸਤਾ ਮਜਬੂਰ ਹੋਣਾ ਪਿਆ ਇੱਥੇ ਦੇ ਲੋਕਾਂ ਨੂੰ, ਜਿਹੜੇ ਪੁਰਾਣੇ ਆਏ ਸਨ, ਜਿਹੜੀਆਂ ਆਪਣੀਆਂ ਜਨਰੇਸ਼ਨ ਅਸੀਂ, ਅਤੇ ਜਿਹਦੇ ਫਲਸਰੂਪ ਜਿਹੜਾ ਪਰਿਵਰਤਨ ਆਇਆ। ਅੱਜ ਕਿਸੇ ਵੀ ਗੁਰਦੁਆਰੇ ਦੇ ਅੰਦਰ ਜਿਹੜੇ ਸਿੱਖ ਹੈ ਇੱਥੇ ਵੈਨਕੂਵਰ ਨਹੀਂ, ਸਾਰੇ ਕੈਨੇਡਾ ਵਿੱਚ ਕੋਈ ਨੰਗੇ ਸਿਰ ਗੁਰਦੁਆਰੇ ਨਹੀਂ ਜਾਂਦਾ। ਤੁਸੀਂ ਉਦੋਂ ਗੁਰਦੁਆਰਾ ਸਾਹਿਬ ਦੇ ਸ਼ਾਇਦ ਪ੍ਰਧਾਨ ਬਣ ਗਏ ਸੀ, ਤੁਹਾਨੂੰ ਇਹ ਜ਼ਿੰਮੇਵਾਰੀ ਮਿਲ ਗਈ ਸੀ ਜਦੋਂ ਨੰਗੇ ਸਿਰ ਆਉਣ ਵਾਲੇ ਜਿਹੜੇ ਸਿੱਖ ਸਨ ਇੱਥੇ ਉਦੋਂ ਹਟ ਗਏ ਸੀ ਤੁਹਾਡੇ ਪ੍ਰਧਾਨ ਬਣਨ ਤੋਂ ਬਾਅਦ, ਮੈਨੂੰ ਇਹ ਲੱਗਦਾ। ਹਾਂਜੀ ਮੈਂ 74 ਐਕਚੁਅਲੀ ਮੈਂ 72 ਦੇ ਵਿੱਚ ਗੁਰਦੁਆਰਾ 68 'ਚ ਮੈਂ ਇਨਵੋਲਵ ਹੋਇਆ ਅਤੇ 72 ਦੇ ਵਿੱਚ ਇੱਕ ਇੱਥੇ ਕਮੇਟੀ ਚੁਣੀ ਗਈ ਸੀ, ਜਿਹਦੇ ਵਿੱਚ 2 ਕਮੇਟੀਆਂ ਚੁਣੀਆਂ ਗਈਆਂ ਉਸ ਵੇਲੇ, ਅਤੇ ਇੱਕ ਕਮੇਟੀ ਦੇ ਵਿੱਚ ਮੈਂ ਉਦੋਂ ਸੈਕਟਰੀ ਬਤੌਰ ਸੈਕਟਰੀ ਚੁਣਿਆ ਗਿਆ ਸੀਗਾ। ਲੇਕਿਨ ਉਹ ਜਿਹੜੀਆਂ 2 ਕਮੇਟੀਆਂ ਸੀਗੀਆਂ, ਇੱਕ ਗੁਰਦੁਆਰੇ ਨੂੰ ਚਲਾਉਣ ਦਾ ਬੜਾ ਮੁਸ਼ਕਿਲ ਖਿੱਚੋਤਾਣੀ ਰਹੀ, ਉਹਦੇ ਫਲਸਰੂਪ ਕੋਰਟ ਦੇ ਵਿੱਚ ਕੇਸ ਵੀ ਗਏ। ਔਰ ਉਸ ਤੋਂ ਉਪਰੰਤ ਫਿਰ 73 ਦੇ ਵਿੱਚ ਜਿਹੜੀ ਸੀ ਕਮੇਟੀ ਆਈ ਇੱਕ ਹੋਰ, ਉਹਨਾਂ ਨੇ ਆ ਕੇ ਜਿਹੜਾ ਸੀਗਾ ਇਸ ਚੀਜ਼ ਨੂੰ ਉਭਾਰਿਆ ਵੀ ਲੋਕਾਂ ਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾ। ਔਰ 74 ਦੇ ਵਿੱਚ ਉਸ ਤੋਂ ਪਹਿਲਾਂ ਗੁਰਦੁਆਰੇ ਅੰਦਰ ਬਹੁਤ ਸਾਰੀਆਂ ਲੜਾਈਆਂ, ਹਰ ਹਫ਼ਤੇ ਲੜਾਈ ਹੁੰਦੀ ਸੀਗੀ, ਔਰ ਇਹੀ ਲੜਾਈ ਹੁੰਦੀ ਸੀ। ਅਸੀਂ ਗੁਰਦੁਆਰੇ ਦੇ ਇੱਕ ਗਰੁੱਪ ਸੀ, ਉਹ ਚਾਹੁੰਦਾ ਸੀ ਵੀ ਅਸੀਂ ਨੰਗੇ ਸਿਰ ਬੈਠਣਾ, ਦੂਸਰਾ ਚਾਹੁੰਦਾ ਅਸੀਂ ਨਹੀਂ ਬੈਠਣਾ। ਔਰ 74 ਦੇ ਵਿੱਚ ਅਤੇ ਹਰਭਜਨ ਸਿੰਘ ਯੋਗੀ ਜੀ ਹੁਣੀ ਇੱਥੇ ਆਏ, ਉਸੇ ਦੌਰਾਨ ਵਿੱਚ ਮੈਂ ਤਸਵੀਰਾਂ ਉਹਨਾਂ ਦੀਆਂ ਦਿੱਤੀਆਂ ਕਿਤਾਬ ਦੇ ਵਿੱਚ, ਸਰਦਾਰ ਗੁਰਚਰਨ ਸਿੰਘ ਟੌੜਾ ਔਰ ਸਰਦਾਰ ਸੁਰਜੀਤ ਸਿੰਘ ਬਰਨਾਲਾ, ਗਿਆਨੀ ਮਹਿੰਦਰ ਸਿੰਘ, ਅਤੇ ਇਹ ਜਿਹੜੇ ਸੱਜਣ ਸਨ ਉੱਥੋਂ ਇੰਡੀਆ ਤੋਂ ਆਏ, ਔਰ ਇਹਨਾਂ ਦੇ ਨਾਲ ਲੋਕ ਸਭਾ ਦੇ ਹਿੰਦੁਸਤਾਨ ਦੇ ਸਪੀਕਰ ਸਰਦਾਰ ਹੁਕਮ ਸਿੰਘ, ਇਹ ਸਾਰੇ ਲੋਕ ਆਏ। ਔਰ ਉਹਨਾਂ ਨੇ ਸਾਰੇ ਬ੍ਰਿਟਿਸ਼ ਕੋਲੰਬੀਆ ਦਾ ਅਤੇ ਔਰ ਅਮਰੀਕਾ ਦਾ ਉਹਨਾਂ ਨੇ ਟੂਰ ਕੀਤਾ। ਔਰ ਲੋਕਾਂ ਨੂੰ ਇਹ ਕਿਹਾ ਗਿਆ ਬਈ ਤੁਸੀਂ ਭਾਈ ਇਹ ਗੁਰਦੁਆਰੇ ਦੇ ਅੰਦਰ ਗੁਰੂ ਦੀ ਜਿਹੜੀ ਆ ਇੱਜ਼ਤ ਕਰੋ, ਪੂਰੀ ਸਤਿਕਾਰ ਕਰੋ ਔਰ ਨੰਗੇ ਸਿਰ ਨਾ ਆਓ। ਔਰ ਗੁਰਦੁਆਰੇ ਦੇ ਅੰਦਰ ਹੀ ਇੱਕ ਇੱਥੇ ਫੰਕਸ਼ਨ ਹੋਇਆ ਜਿਹਦੇ ਵਿੱਚ ਜਿਹੜੇ ਗੋਰੇ ਸਿੰਘ ਸਨ ਉਹ ਦਰਵਾਜ਼ਿਆਂ 'ਤੇ ਖੜ੍ਹੇ ਰੁਮਾਲ ਲੈ ਕੇ ਖੜ੍ਹੇ ਸਨ, ਔਰ ਸਾਡੀਆਂ ਕੁਛ ਬੀਬੀਆਂ ਅਤੇ ਕੁਝ ਸਾਡੇ ਭਰਾਇਆਂ ਨੂੰ ਉਕਸਾ ਕੇ ਉਹਨਾਂ ਨੇ ਗੋਰਿਆਂ ਦੇ ਉੱਤੇ ਅਟੈਕ ਕਰਤਾ। ਇੱਕ ਗੋਰਾ ਸੀ ਜਿਹਦੇ ਕਿ ਉਸ ਵੇਲੇ ਉਹਨਾਂ ਨੇ ਦਾੜੀ ਵੀ ਖਿੱਚ ਦਿੱਤੀ, ਉਹਦੇ ਵਾਲ ਵੀ ਪੁੱਟੇ ਗਏ। ਲੇਕਿਨ ਇੱਕ ਬੜੀ ਹਾਂਜੀ ਔਰ ਇਹਦੇ ਵਿੱਚ ਕਿਤਾਬ 'ਚ ਲਿਖਿਆ ਹੋਇਆ, ਅਤੇ ਉਹ ਇਹ ਜਿਹੜੀ ਮੁਹਿੰਮ ਸੀ ਬੜੀ ਤੇਜ਼ੀ ਦੇ ਨਾਲ ਚੱਲੀ। ਔਰ ਕਿਉਂਕਿ ਜਿਹੜੇ ਗੋਰੇ ਸਿੰਘ ਸਨ ਉਹ ਵੀ ਇਸ ਚੀਜ਼ ਦੀ ਪ੍ਰੋੜਤਾ ਕਰ ਸਨ, ਔਰ ਯੋਗੀ ਹਰਭਜਨ ਸਿੰਘ ਜੀ ਉਹ ਵੀ ਇਸ ਚੀਜ਼ ਲਈ ਜ਼ੋਰ ਲਾ ਰਹੇ ਸਨ। ਤਾਂ ਇਹ ਜਿਹੜੀ ਗੱਲ ਸੀ, ਇਸ ਫਲਸਫੇ ਨੂੰ ਮੰਨਣਾ ਸੀ ਸਰਦਾਰ ਹੁਕਮ ਸਿੰਘ ਹੋਣਾ ਵਾਸਤੇ, ਸਰਦਾਰ ਗੁਰਚਰਨ ਸਿੰਘ ਹੋਣਾ ਵਾਸਤੇ, ਗਿਆਨੀ ਮਹਿੰਦਰ ਸਿੰਘ ਵਾਸਤੇ, ਸਰਜੀਤ ਹੋਣਾ ਵਾਸਤੇ ਬਿਲਕੁਲ ਓਬਵੀਅਸ ਸੀਗਾ। ਜਦੋਂ ਜਿਸ ਵੀ ਗੁਰਦੁਆਰੇ ਗਏ ਅਤੇ ਉੱਥੇ ਜਿਹੜੇ ਲੋਕ ਨੰਗੇ ਸਿਰ ਬੈਠਦੇ ਸਨ ਉਹ ਜਿੱਦ ਕਰਦੇ ਸਨ ਕਿ ਅਸੀਂ ਤਾਂ ਨੰਗੇ ਸਿਰ ਬੈਠਣਾ। ਤਾਂ ਉਸ ਵੇਲੇ ਇੱਕ ਕਿਸਮ ਦਾ ਮੋਰਚਾ ਹੀ ਲੱਗ ਗਿਆ ਸੀ ਵੀ ਜੇ ਅਗਰ ਤੁਸੀਂ ਨੰਗੇ ਸਿਰ ਗੁਰਦੁਆਰੇ ਦੇ ਅੰਦਰ ਬੈਠਣਾ ਅਤੇ ਇਹ ਜਿਹੜੇ ਮਹਿਮਾਨ ਆਏ ਇਹਨਾਂ ਨੂੰ ਗੁਰਦੁਆਰੇ ਦੇ ਅੰਦਰ ਨਹੀਂ ਆਉਣਾ। ਇਹ ਬਿਲਕੁਲ ਤੁਹਾਡਾ ਇਤਿਹਾਸ ਹੈ ਜਿਹੜਾ ਮੈਂ ਇਤਿਹਾਸ ਕਹਾਂਗਾ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ, ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵਿੱਚ ਆਉਣ ਤੋਂ ਬਾਅਦ ਤੁਹਾਡਾ ਮੈਂ ਦੇਖ ਰਿਹਾ ਸਾਂ ਕਿ ਰਾਜਨੀਤਿਕ ਵੱਲ ਵੀ ਥੋੜ੍ਹਾ ਜਿਹਾ ਝੁਕਾਅ ਆਇਆ। ਇਹ ਰਾਜਨੀਤੀ ਝੁਕਾਅ ਕਦੋਂ ਆਇਆ? ਕਿਉਂਕਿ ਉਦੋਂ ਕੋਈ ਵੀ ਭਾਰਤੀ ਮੂਲ ਦਾ ਪੰਜਾਬੀ ਕਦੇ ਹੀਆ ਨਹੀਂ ਸੀ ਕਰਦਾ ਕਿ ਮੈਂ ਰਾਜਨੀਤੀ ਦੇ ਵਿੱਚ ਜਾਵਾਂ। ਆਪਣੇ ਕੁਲਦੀਪ ਸਿੰਘ ਜੀ, ਉਹ ਕਾਰਨ ਇਹ ਸਨ ਕਿ ਜਿਸ ਵਕਤ ਵੀ ਗੁਰਦੁਆਰੇ ਜਦੋਂ ਤੋਂ ਇਨਵੋਲਵ ਹੋਇਆ, ਸਾਰਾ ਲਿਖਾਈ ਪੜ੍ਹਾਈ ਦਾ ਤਕਰੀਬਨ ਆਫਿਸ ਦਾ ਕੰਮ ਜਿਹੜਾ ਸੀਗਾ ਅੰਗਰੇਜ਼ੀ ਵਿੱਚ ਮੈਂ ਹੀ ਕਰਦਾ ਸੀਗਾ, ਔਰ ਮੇਰਾ ਹੀ ਸੰਪਰਕ ਇਮੀਗ੍ਰੇਸ਼ਨ ਆਫਿਸਰਸ ਦੇ ਨਾਲ, ਡਾਇਰੈਕਟਰਸ ਦੇ ਨਾਲ ਸੀਗਾ। ਸਿਟੀ ਜਿਹੜੇ ਹਾਲ ਦੇ ਜਿਹੜੇ ਰਿਸਪੋਂਸੀਬਲ ਮੇਅਰ ਵਗੈਰਾ, ਕੌਂਸਲਰ ਵਗੈਰਾ, ਇੱਥੇ ਤੱਕ ਪਾਰਕਸ ਬੋਰਡਸ ਦੇ ਇੰਚਾਰਜ, ਇੰਜੀਨੀਅਰਿੰਗ ਡਿਪਾਰਟ, ਸਭ ਦੇ ਨਾਲ ਮੇਰਾ ਸੰਪਰਕ ਸੀ। ਉਸ ਵਕਤ ਇਤਨੀ ਗੁਰੂ ਦੀ ਕਿਰਪਾ ਸੀ ਔਰ ਇਸੇ ਸੱਜੇ ਢੰਗ ਨਾਲ ਸੇਵਾ ਹੋ ਰਹੀ ਸੀਗੀ। ਅਤੇ ਤੁਸੀਂ ਇਹ ਚੀਜ਼ ਦਾ ਯਕੀਨ ਨਹੀਂ ਕਰੋਗੇ ਕਿ ਜਿਹੜੇ ਇੱਥੇ ਦਾ ਇਮੀਗ੍ਰੇਸ਼ਨ ਡਾਇਰੈਕਟਰਸ ਆਫਿਸ ਹੈ, ਉਹ ਆਫਿਸ ਤੋਂ ਫੋਨ ਕਰਕੇ ਮੈਨੂੰ ਆਫਿਸ 'ਚ ਪੁੱਛ ਲੈਂਦੇ ਸਨ ਕਿ ਤੁਹਾਡਾ ਫਲਾਣਾ ਸਿੰਘ ਇਸ ਵੇਲੇ ਲੰਡਨ ਏਅਰਪੋਰਟ ਬੈਠਾ ਜਾਂ ਦਿੱਲੀ ਏਅਰਪੋਰਟ ਤੋਂ ਜਹਾਜ਼ ਚੜ੍ਹਨਾ, ਜੇ ਤੁਹਾਡੇ ਵੱਲੋਂ ਓਕੇ ਹੋ ਜਾਵੇ ਤਾਂ ਅਸੀਂ ਉਹਨੂੰ ਜਹਾਜ਼ ਚੜ੍ਹਨ ਵਾਸਤੇ ਇਜਾਜ਼ਤ ਦੇ ਦਈਏ।
ਇਹ ਅੱਜ ਗੱਲ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ, ਇਹ ਸੱਚੀਆਂ ਕਹਾਣੀਆਂ ਤੁਹਾਨੂੰ ਅਸੀਂ ਬਿਲਕੁਲ ਦੱਸ ਰਹੇ ਹਾਂ। ਇਤਨਾ ਅੱਛਾ ਰੈਪੂਟੇਸ਼ਨ ਸੀਗਾ ਸਾਡਾ ਔਰ ਬੜੇ ਢੰਗ ਨਾਲ ਕੰਮ ਕੀਤਾ। ਅਗਰ ਉਸੇ ਦੌਰਾਨ ਦੇ ਵਿੱਚ ਉਸ 70s ਦੇ ਵਿੱਚ ਵੀ ਆਏ ਆ, 79 ਜਦੋਂ ਰਿਫਿਊਜੀ ਆਏ ਆ, ਮੈਂ ਇਸ ਲਈ ਅਸੀਂ ਖਾਸ ਇੱਕ ਕਿਸਮ ਦੇ ਵਿੱਚ ਮੈਂ ਮੋਹਰੇ ਹੋ ਕੇ ਇਸ ਲਈ ਕੰਮ ਕੀਤਾ ਕਮਿਊਨਿਟੀ ਵੱਲੋਂ, ਔਰ ਕਮਿਊਨਿਟੀ ਦੇ ਸਦਕੇ ਹੀ ਕੀਤਾ ਹੈਗਾ। ਜਿਸ ਵਕਤ ਜਿਹੜੇ ਇੱਥੇ ਰਿਫਿਊਜੀਜ਼ ਹੈ ਉਹਨਾਂ ਨੂੰ ਫ੍ਰੀ ਕਰਾਉਣ ਵਾਸਤੇ ਉਹਨਾਂ ਨੂੰ ਅਸਾਈਲਮ ਲੈ ਕੇ ਦਿੱਤਾ। ਇੱਥੇ ਫਿਰ ਜਿਹੜੀ ESL ਜਿਹੜੇ ਬੱਚੇ ਆ ਰਹੇ ਜਿਹਨੂੰ ਪੰਜਾਬੀ ਆਉਂਦੀ ਸੀ, ਅੰਗਰੇਜ਼ੀ ਨਹੀਂ ਆਉਂਦੀ, ਉਹਨਾਂ ਦੀ ਜਿਹੜੀਆਂ ਉਹਨਾਂ ਨੂੰ ਪੜ੍ਹਾਈ ਵਾਸਤੇ ESL ਪ੍ਰੋਗਰਾਮ ਨੂੰ ਕਾਇਮ ਰੱਖਣ ਵਾਸਤੇ ਵੈਨਕੂਵਰ ਸਕੂਲ ਬੋਰਡ ਦੇ ਕੋਲ ਜਿਹੜੇ ਬਰੀਫ ਪ੍ਰੈਜ਼ੈਂਟ ਕੀਤੇ ਗਏ, ਵਿੱਚ ਫੋਟੋਆਂ ਦਿੱਤੀਆਂ ਕਿਤਾਬ ਦੇ ਅੰਦਰ ਮੈਂ। ਔਰ ਇਸੇ ਤਰੀਕੇ ਨਾਲ ਮੈਨੂੰ ਕੈਨੇਡੀਅਨ ਐਜੂਕੇਸ਼ਨ ਐਸੋਸੀਏਸ਼ਨ ਨੇ ਫਿਰ ਮੈਨੂੰ ਟੋਰਾਂਟੋ ਸੱਦਿਆ, ਖਾਸ ਕਰਕੇ ਵੀ ਜਿਹੜੀਆਂ ਮੇਰੀਆਂ ਸੇਵਾਵਾਂ ਹੈਗੀਆਂ ਉਹਨਾਂ ਪ੍ਰਤੀ ਜਿਹੜੀ ਅਸੀਂ ਐਪਰੀਸ਼ੀਏਟ ਕਰਦੇ ਹਾਂ। ਉਸ ਵੇਲੇ ਬਰਮਿੰਘਮ ਲੰਡਨ ਦੇ ਵਿੱਚੋਂ ਉਹਨਾਂ ਦਾ ਚੀਫ ਗੈਸਟ ਸੀ, ਜਿਹਦੇ ਨਾਲ ਮੈਨੂੰ ਉਸ ਵੇਲੇ ਬਿਠਾ ਲਿਆ ਸਰਦਾਰ ਨੂੰ। ਇਹ ਵੈਨਕੂਵਰ ਦੇ ਵਿੱਚ ਬਹੁਤ ਵੱਡੀ 2 ਦਿਨ ਦੀ ਕਾਨਫਰੰਸ ਹੋਈ ਸੀਗੀ। ਔਰ ਇਸ ਫਲਸਰੂਪ ਮੈਂ ਜਿਹੜਾ ESL ਪ੍ਰੋਗਰਾਮ ਵਾਸਤੇ ਗ੍ਰਾਂਟਾਂ ਲੈਣ ਵਿੱਚ ਸਾਨੂੰ ਅਸੀਂ ਕਾਮਯਾਬੀ ਮਿਲੀ। ਔਰ 13 ਜਿਹੜੀਆਂ ਸਾਡੇ ਟੀਚਰ ਸਨ ਜਿਹੜੀ ESL ਪ੍ਰੋਗਰਾਮ ਵਿੱਚ ਪੜ੍ਹਾਉਂਦੇ ਸਨ, ਉਹਨਾਂ ਦੀ ਜਿਹੜੀਆਂ ਜੋਬਾਂ ਜਿਹੜੀਆਂ ਉਹ ਸਸਟੇਨ ਹੋਈਆਂ, ਬਚੀਆਂ, ਨਹੀਂ ਤਾਂ ਉਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਜਾਣਾ ਸੀ ਅਗਰ ਉਹਨਾਂ ਫੰਡਸ ਨਾ ਮਿਲਦੇ। ਅਤੇ ਇਸੇ ਤਰੀਕੇ ਦੇ ਨਾਲ ਪੰਜਾਬੀ ਦੀ ਆਮਦ ਜਿਹੜੀ ਇੱਥੇ ਹੋਈ ਹੈ ਗੁਰਦੁਆਰਾ ਰੌਸ ਸਟਰੀਟ ਤੋਂ, ਉਹ ਪਹਿਲੀ ਵਾਰੀ ਵੇਖਿਆ ਤੁਸੀਂ? ਹਾਂਜੀ, ਉਸ ਵਕਤ ਮੈਂ ਚੇਅਰ ਕਰ ਰਿਹਾ ਸੀ ਉਸ ਸਾਰੀ ਬੋਰਡ ਦੀ, ਔਰ ਉਹਦੇ ਵਿੱਚ ਮਿਸਟਰ ਪਲਨ ਸਨ ਜਿਹੜੇ ਡਿਪਟੀ ਮਿਨਿਸਟਰ ਸਨ, ਜਿਨ੍ਹਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ। ਔਰ ਖਾਸ ਕਰਕੇ ਜੇ ਪ੍ਰਸ਼ੰਸਾ ਬਣਦੀ ਤਾਂ ਮੋਸ ਹੋਤਾ ਹੋਰਾਂ ਦੀ, ਜਿਨ੍ਹਾਂ ਦੀ ਮਿਹਰਬਾਨੀ ਦੇ ਨਾਲ ਉਹਨਾਂ ਨੇ ਉਸ ਵੱਲੋਂ ਇਹ ਸਟੈਪ ਲਿਆ ਔਰ ਸਾਡੇ ਨਾਲ ਸਹਿਯੋਗ ਕਿ ਜਿਹੜੀ ਪੰਜਾਬੀ ਦੀ ਅਪਰੂਵਲ ਸੀਗੀ ਲਗਾਉਣ ਵਾਸਤੇ, ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਉਹ ਉੱਥੋਂ ਅਪਰੂਵ ਕੀਤੀ ਗਈ। ਔਰ ਲੈਂਗੁਏਜ ਜਿਹੜੀ ਸੈਕੰਡ ਲੈਂਗੁਏਜ ਦਾ ਰੈਕਗਨੀਸ਼ਨ ਉਹਦੇ ਵਾਸਤੇ ਮੈਂ ਕੰਮ ਕੀਤਾ। ਉਸ ਤੋਂ ਇਲਾਵਾ ਫਿਰ ਤਾਂ ਹਾਂਜੀ RCMP ਦੇ ਵਿੱਚ ਸਾਨੂੰ ਇਹਦੀ ਇੱਕ ਬੜੀ ਲੰਬੀ ਕਹਾਣੀ ਹੈ। ਸੰਖੇਪ ਦੇ ਵਿੱਚ ਥੋੜ੍ਹੀ ਹਾਂਜੀ, ਮੈਂ ਮੀਟਿੰਗ ਦੇ ਵਿੱਚ ਬੈਠਾ ਸਾਂ, ਉੱਥੇ ਇੱਥੇ ਦੇ ਚੀਫ ਜਿਹੜੇ ਸੁਪਰਡੈਂਟ ਸੀਗੇ ਪੁਲਿਸ ਦੇ, ਉਹ ਵੀ ਉੱਥੇ ਬੈਠੇ ਸਨ। ਔਰ ਅਸੀਂ ਉਸੇ ਐਡਵਾਈਜ਼ ਕਰਦੇ ਸਨ ਕਿਉਂਕਿ ਸਾਡੀ ਜਿਹੜੀ ਮਲਟੀਕਲਚਰਲ ਸੁਸਾਇਟੀ ਵੱਧ ਰਹੀ ਸੀਗੀ, ਉਹਨਾਂ ਨੂੰ ਮਲਟੀਕਲਚਰਲ ਜਿਹੜੀ ਸੁਸਾਇਟੀ ਹੈ ਉਹਨੂੰ ਸਰਵਿਸ ਪ੍ਰੋਵਾਈਡ ਕਰਨ ਵਾਸਤੇ ਪੁਲਿਸ ਦਾ ਇਹ ਫਰਜ਼ ਬਣਦਾ ਕਿ ਉਹੋ ਜਿਹਾ ਆਫਿਸਰ ਪੈਦਾ ਕਰਨ। ਔਰ ਉੱਥੇ ਇੱਕ ਸਵਾਲ ਉੱਠ ਗਿਆ ਕਿ ਬਈ ਤੁਸੀਂ ਜਿਹੜੀ ਇੰਡੋ ਕੈਨੇਡੀਅਨ ਕਮਿਊਨਿਟੀ ਉਦੋਂ ਇੰਡੋ ਕੈਨੇਡੀਅਨ ਸਮਝਦੇ ਸਨ, ਬਈ ਇਹਦੇ ਵਿੱਚੋਂ ਵੀ ਜਿਹੜੇ ਲੋਕ ਹਾਇਰ ਕਰਨੇ ਚਾਹੀਦੇ ਆ। ਅਤੇ ਮੈਂ ਉਸ ਵੇਲੇ ਜਿਹੜਾ ਸਾਡੇ ਚੀਫ ਸੁਪਰਡੈਂਟ ਆਫ ਪੁਲਿਸ ਸੀਗਾ RCMP ਦਾ ਅਤੇ ਵੈਨਕੂਵਰ ਦਾ, ਉਹਨਾਂ ਨੂੰ ਮੈਂ ਕਹਿ ਬੈਠਾ ਵੀ ਮੈਂ ਤਾਂ ਮੈਨੂੰ ਲੱਗਦਾ ਮੈਂ ਗਲਤ ਜਗ੍ਹਾ 'ਤੇ ਬੈਠਾ। ਉਹ ਕਹਿੰਦੇ ਕਿਉਂ? ਮੈਂ ਕਿਹਾ ਵੀ ਸਾਡੀ ਜਿਹੜੀ ਸਿੱਖ ਹੈ ਉਹ ਤਾਂ ਪਗੜੀ ਬੰਨ੍ਹਦੇ, ਅਤੇ ਪਗੜੀ ਦਾ ਜਿਹੜਾ ਹੈਗਾ ਡਰੈਸ ਕੋਡ ਹੈ ਨਹੀਂ, ਤੁਸੀਂ ਇਜਾਜ਼ਤ ਨਹੀਂ ਕਰਦੇ ਦਿੰਦੇ। ਤਾਂ ਜੇ ਅਗਰ ਤੁਸੀਂ ਇਜਾਜ਼ਤ ਨਹੀਂ ਦਿੰਦੇ ਤਾਂ ਸਿੱਖ ਤਾਂ ਉਹਦੇ 'ਚ ਕੰਮ ਨਹੀਂ ਕਰ ਸਕਦੀ, ਇਸ ਕਰਕੇ ਮੇਰਾ ਤਾਂ ਇੱਥੇ ਬੈਠਣਾ ਹੀ ਮੁਨਾਸਬ ਨਹੀਂ ਲੱਗਦਾ। ਅਤੇ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਮਿਸਟਰ ਚੀਤਾ ਯੂ ਬ੍ਰਿੰਗ ਦੀ ਐਪਲੀਕੈਂਟਸ ਐਂਡ ਵੀ ਵਿਲ ਲੁੱਕ ਇਨਟੂ ਦਿਸ। ਸ਼ਾਇਦ ਢਿੱਲੋਂ ਸਨ ਪਹਿਲੇ ਜਿਹੜੇ RCMP ਦੇ ਵਿੱਚ ਆਫਿਸਰ। ਹਾਂਜੀ, ਇਹ ਤਾਂ ਫਿਰ ਬਾਅਦ ਵਿੱਚ ਜਿਹੜਾ ਚੀਫ ਆਫ ਪੁਲਿਸ ਕਮਿਸ਼ਨਰ ਆਫ ਪੁਲਿਸ ਸੀਗਾ ਆਟਵਾ ਤੋਂ ਇੱਥੇ ਆਏ ਸਨ। ਇਹ ਵੈਨਕੂਵਰ ਇਨ ਹਸਪੀਟਲ ਦੇ ਵਿੱਚ ਸਾਡੀ ਉੱਥੇ ਆਮ ਮੁਲਾਕਾਤ ਹੋਈ ਹੈ ਔਰ ਉੱਥੋਂ ਉਹਨਾਂ ਤੋਂ ਕਮਿਟ ਕਰਵਾਇਆ ਗਿਆ, ਜਿਨ੍ਹਾਂ ਨੇ ਆਟਵਾ ਜਾ ਕੇ ਸਾਨੂੰ ਉਹ ਪ੍ਰੋਮਿਸ ਕਰਕੇ ਗਏ ਅਸੀਂ ਉੱਥੇ ਜਾ ਕੇ ਅਨਾਊਂਸ ਕਰਾਂਗੇ, ਤੁਸੀਂ ਸਾਡੀ ਜਿਹੜੀ ਅਨਾਊਂਸਮੈਂਟ ਦੀ ਇੰਤਜ਼ਾਰ ਕਰੋ। ਔਰ ਉੱਥੇ ਜਾ ਕੇ ਉਹਨੇ ਕਿਹਾ ਵੀ ਅਸੀਂ ਤਿਆਰ ਹੈ, ਅਸੀਂ ਜਿਹੜੀ ਆ ਡਰੈਸ ਕੋਡ ਹੈ RCMP ਦੀ ਉਹਨੂੰ ਚੇਂਜ ਕਰਨ ਵਾਸਤੇ। ਔਰ ਇਹਦੇ ਵਿੱਚ ਪ੍ਰੋਵਿੰਸ਼ੀਅਲ ਕਮੇਟੀ ਫਾਰ ਡਾਇਵਰਸਿਟੀ ਐਂਡ ਪੁਲਿਸਿੰਗ, ਜਿਹਦਾ ਕਿ ਮੈਂ 1986 ਤੋਂ ਅੱਜ ਤਾਈਂ ਹਾਲੇ ਤਾਈਂ ਮੈਂ ਉਹਦਾ ਐਡਵਾਈਜ਼ਰ ਹੈਗਾ। ਹਾਂਜੀ, ਔਰ ਮੇਰੇ ਨਾਲ ਸਰਦਾਰ ਮਹਿੰਦਰਜੀਤ ਸਿੰਘ ਗਰੇਵਾਲ ਹੈਗੇ ਆ। ਔਰ ਅਸੀਂ ਇਹ ਰਲ ਮਿਲ ਕੇ ਉਹ ਕੰਮ ਕਰਕੇ ਇੱਥੇ ਤੱਕ ਲਿਆਂਦਾ। ਔਰ ਜਿਸ ਵਕਤ ਉਹ ਜਿਹੜੀ ਗੱਲ ਹੋਈ ਉਹਦੇ ਵਿੱਚ ਸਾਡੀ ਹੋਰ ਕਮਿਊਨਿਟੀ ਦੇ ਵਿੱਚੋਂ ਵੀ ਉਹਦੇ 'ਚ ਟੈਸਟੀਮਨੀ ਹੋਈ ਹੈ। ਔਰ ਜਿਹਨੇ ਸਾਰਿਆਂ ਨੇ ਰਲ ਮਿਲ ਕੇ ਫਿਰ ਜਿਹੜਾ ਸੀਗਾ ਉਹ ਕਾਨੂੰਨ ਬਣਾਇਆ। ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਆਪਣੇ ਢਿੱਲੋਂ ਸਾਹਿਬ ਹੈਗੇ ਆਪਣੇ ਇਹ ਫਿਰ ਪੁਲਿਸ ਦੇ ਵਿੱਚ ਉੱਥੇ ਭਰਤੀ ਹੋਏ। ਇਹਨਾਂ ਨੂੰ ਕੁਨੈਲ ਦੇ ਵਿੱਚ ਭਾਵੇਂ ਪੰਜਾਬੀ ਬੋਲੀ ਨੂੰ ਲਾਗੂ ਕਰਾਉਣਾ, ਦਸਤਾਰਧਾਰੀ ਸਿੱਖਾਂ ਨੂੰ ਪੁਲਿਸ ਦੇ ਵਿੱਚ ਭਰਤੀ ਕਰਾਉਣਾ ਜਾਂ ਐਡਵਾਈਜ਼ਰੀ ਕਾਉਂਸਲਾਂ ਦੇ ਵਿੱਚ ਬਹਿਣਾ, ਉਹਨਾਂ ਸਮਿਆਂ ਦੇ ਵਿੱਚ ਇੰਨੀ ਸੇ ਸੀ, ਇਹੋ ਜਿਹਾ ਸਮਾਂ ਬਣਿਆ ਸੀ ਕਿ ਜਿਵੇਂ ਜ਼ਿਕਰ ਕਰ ਰਹੇ ਨੇ ਕਿ ਲੰਡਨ ਏਅਰਪੋਰਟ 'ਤੇ ਕੋਈ ਬੰਦਾ ਬੈਠਾ ਹੈ ਅਤੇ ਇੱਥੋਂ ਕਾਲ ਕਰਕੇ ਪੁੱਛਦੇ ਸਨ ਕਿ ਉਹਨਾਂ ਨੂੰ ਅਸੀਂ ਇਜਾਜ਼ਤ ਦੇ ਦਈਏ। ਮੈਂ ਕਹਿੰਦਾ ਸਾਡੀਆਂ ਬੜੀਆਂ ਵੱਡੀਆਂ ਪ੍ਰਾਪਤੀਆਂ ਨੇ। ਉਸ ਡਿਸਕ੍ਰਿਮੀਨੇਸ਼ਨ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਜਿਉਂ ਹੀ ਆਪਣੇ ਪੈਰ ਲੱਗੇ, ਰਾਜਨੀਤੀ ਦੇ ਵਿੱਚ ਪੈਰ ਵੀ ਅਜ਼ਮਾਇਆ ਇਹਨਾਂ ਨੇ। ਰਾਜਨੀਤੀ ਦੇ ਵਿੱਚ ਕਿੰਨੇ ਮੈਂਬਰ ਪਾਰਲੀਮੈਂਟ ਪਹਿਲੀ ਵਾਰੀ ਤੁਸੀਂ? ਹਾਂਜੀ, ਮੈਂ ਤੁਹਾਡੇ ਪਿਛਲੇ ਸਵਾਲ ਦਾ ਇਹਨਾਂ ਜਵਾਬ ਨਹੀਂ ਦੇ ਸਕਿਆ ਪੂਰੀ ਤਰੀਕੇ ਨਾਲ, ਮੈਂ ਚਾਹੁੰਦਾ ਕਨੈਕਟ ਕਰਨਾ। ਬਹੁਤ ਸਾਰੇ ਕੰਮ ਹੋਇਆ, ਜਿਸ ਤਰ੍ਹਾਂ ਇਕੁਆਲਿਟੀ ਨਾਓ ਪ੍ਰੋਗਰਾਮ,
ਉਹਦੇ ਵਿੱਚ ਰੋਸ ਗੁਰਦੁਆਰੇ ਵੱਲੋਂ ਮੈਂ ਬਰੀਫ ਪ੍ਰੈਜ਼ੈਂਟ ਕੀਤਾ। ਇਸੇ ਤਰ੍ਹਾਂ ਅਕਾਲੀ ਸਿੰਘ ਵੱਲੋਂ ਵੀ ਬਰੀਫ ਪ੍ਰੈਜ਼ੈਂਟ ਕੀਤੇ ਗਏ, ਹੋਰ ਆਪਣੀ ਕਮਿਊਨਿਟੀ 'ਚੋਂ ਵੀ ਪ੍ਰੈਜ਼ੈਂਟ ਹੋਏ, ਜਿਹਦੇ ਫਲਸਰੂਪ ਅੱਜ ਤੁਸੀਂ ਦੇਖੋ ਨਾ ਆਪਣੇ ਹੁਣ ਟੈਲੀਵਿਜ਼ਨ ਪ੍ਰੋਗਰਾਮ ਚੱਲਦੇ ਹੋ, ਤੁਸੀਂ ਬੜੇ ਸਫਲ ਇਸ ਵਕਤ ਜਰਨਲਿਸਟ ਹੋ। ਔਰ ਇਸੇ ਤਰੀਕੇ ਦੇ ਨਾਲ ਤੁਸੀਂ ਹੁਣ ਰੇਡੀਓ ਪ੍ਰੋਗਰਾਮ ਸਾਡੇ ਆਉਂਦੇ, ਉਹ ਤਾਂ ਕੋਈ ਵੀ ਨਹੀਂ ਸੀ ਹੁੰਦਾ, ਇੱਕ ਰੇਡੀਓ ਪ੍ਰੋਗਰਾਮ ਚੱਲਦਾ ਹੁੰਦਾ ਸੀ, ਉਹ ਵੀ ਸ਼ਾਇਦ ਇੱਕ ਵਾਰੀ ਵੀਕ ਦੇ ਵਿੱਚ ਰੇਡੀਓ ਇੰਡੀਆ ਉਹਨੂੰ ਮਲਕੀਤ ਸਿੰਘ ਪ੍ਰਹਾਰ ਚਲਾਉਂਦੇ ਹੁੰਦੇ ਸਨ। ਮੇਨ ਤੇ 6 ਐਵਨਿਊ 'ਤੇ ਹੁੰਦਾ ਸੀਗਾ ਵੈਨਕੂਵਰ ਦੇ ਵਿੱਚ। ਹਾਂਜੀ, ਕੋਈ ਸਾਡੇ ਇਸ ਤਰ੍ਹਾਂ ਨਹੀਂ ਹੁੰਦੀ। ਸਾਡੇ ਪੁਲਿਸ ਵਿੱਚ ਕੰਮ ਨਹੀਂ ਸੀ, ਲੋਕੀ ਕੰਮ ਕਰਦੇ ਸੀ ਲੇਕਿਨ ਪਗੜੀ ਵਾਲੇ ਨਹੀਂ ਸਨ। ਔਰ ਸਾਡੇ ਸਿਵਿਕ ਗੌਰਮੈਂਟ, ਪ੍ਰੋਵਿੰਸ਼ੀਅਲ ਗੌਰਮੈਂਟ, ਫੈਡਰਲ ਗੌਰਮੈਂਟ 'ਚ ਕੋਈ ਕੰਮ ਦਾ ਨਹੀਂ ਸੀ ਕੰਮ ਕਰਦਾ। ਉਸ ਵੇਲੇ ਜਿਹੜੀਆਂ ਰੈਕਮੈਂਡੇਸ਼ਨ ਕਰਵਾਈਆਂ ਅਸੀਂ ਇਹ ਰਲ ਮਿਲ ਕੇ, ਉਹਦਾ ਇੱਕ ਨਤੀਜਾ ਸੀ ਅੱਜ ਜਿਹੜੀ ਆ ਸਾਡੀ ਸਾਰੀ ਕਮਿਊਨਿਟੀ ਜਿਹੜੀ ਆ ਹਰ ਪਾਸੇ ਜਿਹੜੀ ਇਹ ਸਾਡਾ ਬੋਲਬਾਲਾ ਹੈਗਾ, ਹਰ ਕਿਸਮ ਦੇ ਵਿੱਚ ਅਸੀਂ ਡਿਪਾਰਟਮੈਂਟ ਸਾਡੇ ਲੋਕ ਕੰਮ ਕਰ ਰਹੇ ਆ। ਇਸ ਕਰਕੇ ਹੋਇਆ ਕਿ ਸਾਨੂੰ ਉਹ ਜਿਹੜੀਆਂ ਰੈਕਮੈਂਡੇਸ਼ਨ ਸੀ ਅੱਜ ਤਾਈਂ ਉਹ 100 ਰੈਕਮੈਂਡੇਸ਼ਨ ਜਿਹੜੀ ਸੀ ਇਕੁਐਲਿਟੀ ਨਾਓ ਪ੍ਰੋਗਰਾਮ ਦੀ ਉਹ ਇੰਪਲੀਮੈਂਟ ਹੋਈ। ਅਤੇ ਤੁਸੀਂ ਪਿਛਲੇ ਮੈਨੂੰ ਇਹ ਪੁੱਛਿਆ ਸੀ, ਜਿਹੜੀ ਮੈਂ ਤੁਹਾਨੂੰ ਜਵਾਬ ਦੇਣਾ ਚਾਹੁੰਦਾ ਕਿ ਮੈਂ ਪੋਲੀਟਿਕਸ ਵਿੱਚ ਕਿੱਦਾਂ ਆ ਗਿਆ। ਕੰਮ ਮੈਂ ਕਮਿਊਨਿਟੀ ਵਿੱਚ ਇਤਨਾ ਕੀਤਾ ਕਿ ਮੇਰੇ ਘਰ ਦਰਵਾਜ਼ੇ 'ਤੇ ਇੱਕ ਪੋਲੀਟੀਕਲ ਪਾਰਟੀ ਆ ਗਈ, ਉਹਦੇ ਹੈੱਡ ਉਹਨਾਂ ਨੇ ਆ ਕੇ ਮੈਨੂੰ ਕਿਹਾ ਵੀ ਅਸੀਂ ਚਾਹੁੰਦੇ ਕਿ ਮਿਸਟਰ ਚੀਤਾ ਕਿ ਯੂ ਸ਼ੁੱਡ ਕੈਰੀ ਅ ਫਲੈਗ। ਮੈਂ ਕਿਹਾ ਵੀ ਕਿਉਂ, ਮੈਂ ਤਾਂ ਪੋਲੀਟੀਸ਼ੀਅਨ ਹੈ ਨਹੀਂ, ਮੈਂ ਤਾਂ ਜ਼ਿਆਦਾ ਧਾਰਮਿਕ ਖਿਆਲ ਦਾ ਬੰਦਾ। ਉਹ ਕਹਿੰਦੇ ਵੀ ਜਿਹੋ ਜਿਹਾ ਦ ਕਾਇੰਡ ਆਫ ਵਰਕ ਯੂ ਡੂ ਇਨ ਦ ਕਮਿਊਨਿਟੀ, ਦ ਲੀਡਰਸ਼ਿਪ ਯੂ ਹੈਵ ਪ੍ਰੋਵਾਈਡਡ, ਈਵਨ ਸਨ ਨਿਊਜ਼ਪੇਪਰ, ਪ੍ਰੋਵਿੰਸ ਨਿਊਜ਼ਪੇਪਰ ਵਿੱਚ ਓਪਨਲੀ ਕਹਿੰਦੇ ਸੀ ਕਿ ਮੁਤਾ ਸਿੰਘ ਚੀਤਾ ਜਿਹੜਾ ਹੀ ਇਜ਼ ਦੀ ਲੀਡਰ ਆਫ ਦੀ ਇੰਡੋ ਕੈਨੇਡੀਅਨ ਜਿਹੜੀ ਕਮਿਊਨਿਟੀ ਦੇ। ਹਾਂਜੀ, ਔਰ ਉਹਦੇ 'ਚ ਨੰਬਰ 'ਤੇ ਜਾਂਦਾ 20,000 ਦੇ ਮੈਂਬਰ ਦੇ ਇਹ ਜਾਣੀ ਆਗੂ ਹੈਗੇ ਆ, ਇਸ ਤਰ੍ਹਾਂ ਨੰਬਰ ਦੇ ਕੇ ਪ੍ਰਸ਼ੰਸਾ ਕੀਤੀ ਜਾਂਦੀ ਮੇਰੇ ਕੰਮਾਂ ਦੀ। ਔਰ ਸਿਟੀ ਵਾਲੇ ਕਹਿੰਦੇ ਸੀ ਕਿ ਜੇ ਅਗਰ ਮਿਸਟਰ ਚੀਤਾ ਨੇ ਕੋਈ ਪ੍ਰੋਮਿਸ ਕੀਤਾ ਉਹ ਹਮੇਸ਼ਾ ਕੰਮ ਸਿੱਧਾ ਹੋਏਗਾ, ਔਰ ਉਹ 'ਤੇ ਪ੍ਰੋਮਿਸ ਤੋਂ ਖਰੀ ਉਤਰਦੇ ਆ। ਜਿਹਦੇ ਫਲਸਰੂਪ ਫਿਰ ਉਹ ਜਗ੍ਹਾ ਮੇਰੇ ਦਰਵਾਜ਼ੇ 'ਤੇ ਆ ਗਿਆ ਵੀ ਤੁਹਾਨੂੰ ਇਲੈਕਸ਼ਨ ਲੜਨੀ ਹੈ, ਅਤੇ ਮੈਂ ਸਮਝਿਆ ਮੇਰੇ ਵਾਸਤੇ ਇਹ ਗੱਲ ਠੀਕ ਨਹੀਂ ਅਗਰ ਮੈਂ ਨਾ ਕਰਾਂ ਉਹਨਾਂ ਨੂੰ। ਜਿਸ ਕਰਕੇ ਫਿਰ ਮੈਂ 93 ਦੇ ਵਿੱਚ ਇਲੈਕਸ਼ਨ ਵਾਸਤੇ ਆਪਣੇ ਆਪ ਨੂੰ ਪੋਲੀਟਿਕਸ ਦੇ ਵਿੱਚ ਕੁੱਦਿਆ, ਜਿਹਦੇ ਮੇਰੇ ਨਾਲ ਜਿਸ ਤਰ੍ਹਾਂ ਕਿ ਗੁਰਬਖਸ਼ ਸਿੰਘ ਜੀ ਮੱਲੀ ਟੋਰੰਟੋ ਤੋਂ ਉਹ ਕਾਮਯਾਬ ਹੋਏ, ਇੱਥੋਂ ਹਰ ਧਾਲੀਵਾਲ ਜੀ ਇੱਥੋਂ ਵੈਨਕੂਵਰ ਤੋਂ, ਹਾਂਜੀ ਉਹ ਕਾਮਯਾਬ ਹੋਏ, ਔਰ ਸਰਦਾਰ ਪ੍ਰੇਮ ਸਿੰਘ ਬਿਨਿੰਗ ਉਹ ਅਤੇ ਮੈਂ ਅਸੀਂ ਦੋ ਜਣੇ ਅਸੀਂ ਇੱਧਰੋਂ ਸਰੀ ਵਿੱਚੋਂ ਸਾਂ। ਮੈਂ ਸਾਊਥ ਸਰੀ 'ਚੋਂ, ਮੇਰਾ ਜਿਹੜੀ ਕੌਂਸਟੀਚੁਐਂਸੀ ਇੰਨੀ ਅੱਛੀ ਨਹੀਂ ਸੀ ਕਿਉਂਕਿ ਉਸ ਵਕਤ ਮੋਸਟਲੀ ਉੱਥੇ ਰੈਡ ਨੈਕ ਕਮਿਊਨਿਟੀ ਸਾਰੀ ਹੈਗੀ ਹੈ, ਲੇਕਿਨ ਅਸੀਂ ਦੋ ਜਣੇ ਅਸੀਂ ਰਹਿ ਗਏ। ਲੇਕਿਨ ਉਸ ਵਕਤ ਉਹ ਪਹਿਲਾ ਸਮਾਂ ਸੀ ਜਿਸ ਵਕਤ ਅਸੀਂ ਹਾਊਸ ਆਫ ਕਾਮਨ ਆਟਵਾ ਦੇ ਵਿੱਚ ਇਹ ਜਿਹੜਾ ਉੱਥੇ ਜਾ ਕੇ ਜਿਹੜਾ ਦਰਵਾਜ਼ਾ ਸਾਡੇ ਪਾਰਲੀਮੈਂਟ ਵਾਸਤੇ ਖੁੱਲ੍ਹਿਆ। ਸੋ ਇਹ ਇੱਕ ਕਾਰਨ ਸੀ ਜਿਸ ਕਰਕੇ ਮੈਂ ਪੋਲੀਟਿਕਸ ਦੇ ਵਿੱਚ ਆਇਆ, ਔਰ ਬਹੁਤ ਸਾਰੇ ਕੰਮ ਇਹੋ ਜਿਹੇ ਕੀਤੇ ਆ ਜਿਨ੍ਹਾਂ ਦਾ ਫਲਸਰੂਪ ਅੱਜ ਸਾਡੀ ਕਮਿਊਨਿਟੀ ਫਾਇਦਾ ਉਠਾ ਰਹੀ ਹੈ। ਅੱਜ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ ਜਦੋਂ 2 ਦਰਜਨ ਦੇ ਲਾਗੇ ਤਾਗੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਸਾਊਥ ਏਸ਼ੀਅਨ ਕਮਿਊਨਿਟੀ ਦੇ, ਉੱਥੇ ਜਾ ਕੇ ਬਹਿੰਦੇ ਆ ਦਸਤਾਰਧਾਰੀ ਜਿਨ੍ਹਾਂ ਨੂੰ ਇੱਥੇ ਜੋਬਸ ਨਹੀਂ ਸਨ ਮਿਲਦੀਆਂ, ਅੱਜ ਸਾਡੇ ਫੈਡਰਲ ਮਿਨਿਸਟਰ ਬਣੇ ਹੋਏ ਨੇ, ਕਿਵੇਂ ਦਾ ਮਹਿਸੂਸ? ਵੀਰ ਜੀ ਇਹ ਤਾਂ ਬਹੁਤ ਮਾਣ ਵਾਲੀ ਗੱਲ ਹੈ, ਜਿੰਨੀ ਵੀ ਪ੍ਰਸ਼ੰਸਾ ਹੋਵੇ ਘੱਟ ਹੈ, ਸਾਡਾ ਸਿਰ ਉੱਚਾ ਹੁੰਦਾ ਹੈ, ਪਰ ਇਹਦੇ ਨਾਲ ਨਾਲ ਸਾਨੂੰ ਸੁਚੇਤ ਵੀ ਰਹਿਣਾ ਜ਼ਰੂਰੀ ਹੈ। ਜਿਵੇਂ ਕਿ ਹੁਣ ਇਹ ਥੋੜ੍ਹੇ ਦਿਨ ਵਿੱਚ ਸਾਡੇ ਇੱਕ ਨੌਜਵਾਨ ਜਗਮੀਤ ਸਿੰਘ NDP ਦੇ ਜਿਹੜੀ ਕਿ ਨੈਸ਼ਨਲ ਪਾਰਟੀ ਹੈ, ਔਰ ਉਹ ਕਈ ਵਾਰੀ ਨੰਬਰ 2 ਅਤੇ ਕਈ ਵਾਰੀ ਨੰਬਰ 3 'ਤੇ ਵੀ ਉਹ ਮੇਜਰ ਪਾਰਟੀ ਹੈ, ਉਹਦੇ ਉਹ ਇਸ ਵਕਤ ਆਗੂ ਚੁਣੇ ਗਏ ਆ, ਲੀਡਰ ਹੈ। ਸੋ ਇਸ ਕਰਕੇ ਅਸੀਂ ਸਾਨੂੰ ਕਮਿਊਨਿਟੀ ਨੂੰ ਆਪਣੇ ਆਪ ਨੂੰ ਵਜੇ ਦੇ ਵਿੱਚ ਰੱਖਣਾ ਚਾਹੀਦਾ, ਕੰਟਰੋਲ ਵਿੱਚ ਰੱਖਣਾ ਚਾਹੀਦਾ। ਜੇ ਅਸੀਂ ਖੁਸ਼ ਹੈ ਤਾਂ ਉਸ ਖੁਸ਼ੀ ਨੂੰ ਅਸੀਂ ਇਤਨਾ ਓਵਰਫਲੋ ਵੀ ਨਾ ਕਰ ਦਈਏ ਕਿ ਆਉਣ ਵਾਲੇ ਸਮੇਂ 'ਚ ਕਿਤੇ ਇੰਝ ਨਾ ਹੋਵੇ ਕਿ ਸਾਨੂੰ ਇਸ ਦੀ ਸੈਟਬੈਕ ਹੋਵੇ। ਹਾਂ, ਜਿਵੇਂ ਹੋਰ ਲੀਡਰ ਸਾਡੀ ਕਮਿਊਨਿਟੀ ਦੀ ਅਤੇ ਹੋਰ ਕਮਿਊਨਿਟੀ ਜਨਰਲ ਕਮਿਊਨਿਟੀ ਨੂੰ ਲੀਡਰਸ਼ਿਪ ਪ੍ਰੋਵਾਈਡ ਕਰ ਰਹੇ ਆ, ਸਾਨੂੰ ਵੀ ਆਪਣੇ ਜਿਹੜੇ ਨੌਜਵਾਨ ਬੱਚੇ ਉੱਥੇ ਪਾਰਲੀਮੈਂਟ ਵਿੱਚ ਗਏ ਆ, ਭਾਵੇਂ ਵਿਕਟੋਰੀਆ ਭਾਵੇਂ ਆਟਵਾ, ਸਾਨੂੰ ਉਹਨਾਂ ਦੇ ਕੋਲੋਂ ਤਵੱਕੋ ਕਰਨੀ ਚਾਹੀਦੀ ਕਿ ਉਹ ਸਾਰੇ ਸਿੱਖ ਨਹੀਂ ਬਲਕਿ ਸਾਰੀ ਕੈਨੇਡੀਅਨ ਸੁਸਾਇਟੀ ਦੀ ਜਿਹੜੀ ਆ ਸੇਵਾ ਉਹ ਇਮਾਨਦਾਰੀ ਦੇ ਨਾਲ ਕਰਨ, ਤਾਂ ਹੀ ਜਿਹੜੀ ਸਾਡੀ ਪਿਛਲੀ ਸਾਡੇ ਬਜ਼ੁਰਗਾਂ ਦੀ ਘਾਲਣਾ ਹੈ ਉਹ ਸਫਲ ਹੋ ਸਕਦੀ ਹੈ। ਵਰਨਾ ਜੇ ਅਸੀਂ ਆਪੋ ਤਾਪੀ ਵਿੱਚ ਪੈ ਗਏ ਅਤੇ ਸਾਡੀਆਂ ਖੁਸ਼ੀਆਂ ਸਾਡੇ ਕੋਲ ਸੰਭਾਲੀਆਂ ਨਾ ਗਈਆਂ, ਕਿਤੇ ਇੰਝ ਨਾ ਹੋਵੇ ਜਿਵੇਂ ਹਿੰਦੁਸਤਾਨ ਦੀ ਪੋਲੀਟਿਕਸ ਸਾਨੂੰ ਇਸ ਵੇਲੇ ਕਈ ਵਾਰੀ ਨਰਕ ਵੱਲ ਨੂੰ ਘੜੀਸ ਕੇ ਲੈ ਜਾਂਦੀ ਹੈ, ਕਿ ਇਹ ਹਸ਼ਰ ਸਾਡਾ ਨਾ ਹੋਵੇ। ਸਾਨੂੰ ਜਿਹੜੀ ਆਪਣੀ ਇੱਜ਼ਤ ਮਾਣ ਜਿਹੜੀ ਸਾਡਾ ਸਰਦਾਰੀ ਹੈ, ਇਹ ਸਾਨੂੰ ਆਪਣੀ ਆਪ ਹੱਥ ਵਿੱਚ ਰੱਖਣੀ ਲਾਜ਼ਮੀ ਹੈ। ਜਿੱਥੇ ਪੋਲੀਟਿਕਸ ਦੇ ਵਿੱਚ ਸਾਡੇ ਜਿਵੇਂ ਮੈਂ ਜ਼ਿਕਰ ਕੀਤਾ ਹੈ ਕਿ 17 ਜਾਂ 18 ਪੰਜਾਬੀ ਨੇ ਜਿਹੜੇ ਮੈਂਬਰ ਪਾਰਲੀਮੈਂਟ ਬੈਠੇ ਆ, 3 ਹੋਰ ਮੂਲ ਦੇ ਸਾਊਥ ਏਸ਼ੀਅਨ ਮੂਲ ਦੇ ਨਾਲ ਨੇ, ਉੱਥੇ ਮੈਨੂੰ ਹੈਰਾਨੀ ਹੋਈ ਜਦੋਂ ਇਹ ਪਤਾ ਲੱਗਾ ਕਿ
ਪੋਲੀਟੀਕਲ ਐਨਾਲਿਸਟ ਜਿਹੜੇ ਕਾਨੂੰਨ ਘਾਰੇ ਨੇ, ਕਾਨੂੰਨ ਘਾਰੇ ਅਮਨ ਕਰਚਾ ਵਰਗੇ ਉੱਥੇ ਬੈਠੇ ਆ। ਮੈਨੂੰ ਬੜਾ ਮਾਣ ਹੋਇਆ ਕਿ ਸਾਡੇ ਬੱਚੇ ਕਾਨੂੰਨ ਬਣਾਉਣ ਵਾਲਿਆਂ ਦੇ ਵਿੱਚ ਵੀ ਬੈਠੇ। ਹਾਂਜੀ, ਈਵਨ ਜਦੋਂ ਮੋਸ ਹੋਤਾ ਇੱਥੇ ਆਪਣੇ ਅਟਾਰਨੀ ਜਨਰਲ ਸੀਗੇ, ਉਹਨਾਂ ਨੇ ਇੱਥੇ ਦੀ ਜਿਹੜਾ ਸੰਵਿਧਾਨ ਹੈ ਕੈਨੇਡਾ ਦਾ, ਉਹਨੂੰ ਉਹਦੇ ਵਿੱਚ ਅਮੈਂਡਮੈਂਟਸ ਲਿਆਉਣ ਵਾਸਤੇ ਆਪਣਾ ਯੋਗਦਾਨ ਪਾਇਆ ਸੀਗਾ। ਸੋ ਇਹ ਤਾਂ ਸਾਡੇ ਸਾਰੀ ਕਮਿਊਨਿਟੀ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ। ਖਾਸ ਕਰਕੇ ਜਿੱਦਾਂ ਹੁਣ ਆਪਣੇ ਸਰਦਾਰ ਹਰਜੀਤ ਸਿੰਘ ਸੱਜਣ ਹੋ ਰਹੀ ਹੈ, ਮੈਂ ਉਹਨਾਂ ਦੇ ਪਿਤਾ ਜੀ ਦੇ ਨਾਲ ਮੇਰੀ ਜਿਸ ਵਕਤ ਕਮੇਟੀ ਸੀ 1983 ਦੇ ਵਿੱਚ ਦਾ ਕੁੰਦਨ ਸਿੰਘ ਹੋਣਾ, ਉਹ ਮੇਰੇ ਨਾਲ ਉਸ ਵਕਤ ਰਿਕਾਰਡਿੰਗ ਸੈਕਟਰੀ ਸਨ। ਬੜਾ ਅੱਛਾ ਪਰਿਵਾਰ ਹੈ ਔਰ ਮਾਣ ਹੁੰਦਾ ਜਦੋਂ ਇਹੋ ਜਿਹੇ ਸਰਦਾਰ ਸਾਡੇ ਇਸ ਵਕਤ ਕੈਨੇਡਾ ਦੀ ਜਿਹੜੀ ਸਭ ਤੋਂ ਉੱਚੀ ਪਦਵੀ ਸਮਝ ਲਓ ਨੰਬਰ 2 ਪਦਵੀ ਪ੍ਰਾਈਮ ਮਿਨਿਸਟਰ ਬਾਅਦ ਉਸ ਪਦਵੀ 'ਤੇ ਬੈਠੇ ਹੋਣ, ਤਾਂ ਇਦੋਂ ਵੱਡਾ ਮਾਣ ਕਿਸੇ ਕੌਮ ਲਈ ਕੀ ਹੋ ਸਕਦਾ। ਚੀਤਾ ਸਾਹਿਬ, ਤੁਹਾਡੇ ਵੱਲੋਂ ਲਾਏ ਹੋਏ ਬੂਟੇ ਨੇ ਜਿਹੜੇ, ਉਹ ਗੁਰਮਤ ਦੇ ਰਾਹੀਂ ਔਰ ਤੁਹਾਡੀ ਵਧੀਆ ਗਾਈਡਲਾਈਨਸ ਦੇ ਰਾਹੀਂ ਉਹ ਬੂਟੇ ਖਰੇ ਹੋ ਰਹੇ ਨੇ। ਔਰ ਅੱਜ ਬੀਬੀ ਸ਼ੇਰਗਿੱਲ ਸਾਡੀ ਆਪਣੀ ਪਹਿਲੀ ਕੈਨੇਡਾ ਦੀ ਜੱਜ ਹੈ। ਸਾਨੂੰ ਬੜਾ ਮਾਣ ਹੈ। ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਅੱਜ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੈ ਉਹ ਬਹੁਤ ਪਸੰਦ ਆਇਆ ਹੋਵੇਗਾ। ਔਰ ਸਿੱਖ ਇਤਿਹਾਸ ਦੇ ਜਿਹੜੇ ਇਹ ਪਹਿਲੂ ਨੇ, ਮੇਰਾ ਖਿਆਲ ਹੈ ਬਈ ਇਹਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਹੋਵੇਗਾ। ਇਹੋ ਜਿਹੇ ਵਧੀਆ ਪ੍ਰੋਗਰਾਮ ਹੋਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।